कुछ महीने पहला एक कुड़ी की गिरफ्तारी हुई सी नौदीप कौर जिसनों कि दिल्ली पुलिस के वालों गिरफ्तार कर लिया गया सी। ਤੇ ਕਿਸਾਨ ਅੰਦੋਲਨ ਦੇ ਵਿੱਚ ਮਜ਼ਦੂਰਾਂ ਦਾ ਸਮਰਥਨ ਆ ਨਾ ਕਰਨਾ ਤੇ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਉਹਨਾਂ ਨੇ ਜਾਣਬੁੱਝ ਕੇ ਉਹ ਕੇਸ ਪਾਏ ਤਾਂ ਕਿ ਆਵਾਜ਼ ਨੂੰ ਦਬਾਇਆ ਜਾ ਸਕੇ। ਤੁਹਾਡੇ ਤੇ ਵੀ ਦੋਸ਼ ਲੱਗਣੇ ਵੀ ਤੁਸੀਂ ਵੀ ਪੁਲਿਸ ਦੇ ਨਾਲ ਵਧੀਕੀ ਕੀਤੀ ਸੀ, ਉਹਦੇ ਬਾਰੇ ਤੇ ਹਮਲਾ ਕੀਤਾ ਜਾਂਦਾ, ਸਾਡੇ ਤੇ ਖੁੱਲੀ ਫਾਇਰਿੰਗ ਕੀਤੀ ਜਾਂਦੀ ਹੈ। ਜਦੋਂ ਇਹ ਸਾਰਾ ਕੇਸ ਹੋਇਆ ਤਾਂ ਉਸ ਵੇਲੇ ਤੁਹਾਡੇ ਪਿੰਡ ਦੇ ਵਿੱਚੋਂ ਵੀ ਕੋਈ ਵੀਡੀਓ ਇਸ ਤਰ੍ਹਾਂ ਦੀ ਵਾਇਰਲ ਹੋਈ ਸੀ ਜਿਹਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਕੁਝ ਵੀ ਨਹੀਂ ਹੈਗੀ, ਜਾਣਬੁੱਝ ਕੇ ਹਵਾ ਦਿੱਤੀ ਜਾ ਰਹੀ ਆ। ਮੈਂ ਬਹੁਤ ਛੋਟੀ ਸੀ ਜਦੋਂ ਉਹ ਬਲਾਤਕਾਰ ਦਾ ਕੇਸ ਜਿਹੜਾ ਸਾਡੇ ਪਿੰਡ ਦੇ ਵਿੱਚ ਹੋਇਆ। ਸਰਪੰਚ ਹੋਣਾ ਸੀਗਾ, ਕਹਿੰਦੇ ਵੀ ਮਜ਼ਦੂਰਾਂ ਦਾ ਸਰਪੰਚ ਚੁਣਿਆ ਜਾਊਗਾ ਇਸ ਵਾਰ। ਜਿਹੜੇ ਸਰਪੰਚ ਮਜ਼ਦੂਰ ਖੜੇ ਹੋਏ ਸਰਪੰਚ ਲਈ ਉਹਨਾਂ ਨੂੰ ਸ਼ਾਮ ਤੱਕ ਘਰੇ ਕੁੱਟ ਕੇ ਆਂਦਾ ਗਿਆ ਨੂੰ ਹੱਲ ਕਰਾਉਣ ਦੇ ਲਈ, ਕਿਉਂਕਿ ਪੰਜਾਬ ਦੇ ਵਿੱਚ ਮੰਗ ਉੱਠ ਰਹੀ ਹੈ ਕਿ ਜਿਹੜਾ ਦਲਿਤ ਚਿਹਰਾ ਇੱਕ ਸੀਐਮ ਹੋਣਾ ਚਾਹੀਦਾ। ਉਹ ਉੱਥੇ ਬੈਠਦੇ ਨੇ, ਉਹ ਤਾਂ ਸੀਐਮ ਵੀ ਉਹ ਬਣਾਇਆ ਜਾਊਗਾ ਜਿਹੜਾ ਕਿ ਉਹਨਾਂ ਦੀ ਦਲਾਲੀ ਕਰੂਗਾ। ਥਾਣੇ ਦੇ ਵਿੱਚ ਵੀ ਜੈਂਟਸ ਪੁਲਿਸ ਸੀ, ਫੀਮੇਲ ਪੁਲਿਸ ਨੇ ਨਹੀਂ ਕੁੱਟਿਆ ਮਾਰਿਆ, ਉੱਥੇ ਵੀ ਉਹਨਾਂ ਨੇ ਕੁੱਟਿਆ ਮਾਰਿਆ। ਪਰ ਜੇਲ੍ਹ ਦੇ ਅੰਦਰ ਤਾਂ ਇਹ ਕਿ ਲੇਡੀਜ਼ ਹੈ ਨਾ ਜੇਲ੍ਹ ਸੀਗੀ, ਪਰ ਉੱਥੇ ਇਹ ਕਿ ਜੇਕਰ ਕੋਈ ਬਿਮਾਰ ਆ ਹੈ ਨਾ, ਉਹ ਮੰਗ ਕਰ ਰਿਹਾ ਕਿ ਉਹਦੇ ਬਹੁਤ ਸਾਰੀਆਂ ਚੋਟਾਂ ਲੱਗੀਆਂ, ਦਵਾਈ ਦੀ ਮੰਗ ਕਰ, ਉਹਨੂੰ ਦਵਾਈ ਨਹੀਂ ਦੇਣੀ ਹੈਗੀ। ਆਪਾਂ ਨੂੰ ਲੱਗਦਾ ਉਹ ਸੁਧਾਰ ਘਰ ਆ, ਉਹ ਸੁਧਾਰ ਘਰ ਉਹ ਤੋਂ ਖਰਾਬ ਘਰ ਆ, ਉਸ ਤੋਂ ਵੱਧ ਹੈ ਨਾ। ਇਹ ਚੀਜ਼ਾਂ ਬਾਹਰ ਨਹੀਂ ਆ ਸਕਦੀ। ਕੁੰਡਲੀ ਪੁਲਿਸ ਨੇ ਇੱਕ ਲੜਕੀ ਦੇ ਨਾਲ ਰੇਪ ਕੀਤਾ, ਉਸ ਤੋਂ ਬਾਅਦ ਉਹਨੂੰ ਛੱਤ ਤੋਂ ਧੱਕਾ ਦਿੱਤਾ, ਉਹਦੇ ਹੱਥ ਪੈਰ ਟੁੱਟ ਗਏ, ਉਹਨੂੰ ਜੇਲ੍ਹ ਵਿੱਚ ਸੁੱਟ ਦਿੱਤਾ। ਇਸ ਤੋਂ ਵੱਧ ਅੰਕੜੇ ਇਹੋ ਜਿਹੇ ਨੇ ਜਿਹੜੇ ਅੰਕੜੇ ਕਦੇ ਸਾਹਮਣੇ ਆਉਂਦੇ ਹੀ ਨਹੀਂ। ਔਰਤਾਂ ਨਾਲ ਰੇਪ ਹੁੰਦੇ ਨੇ ਖੇਤਾਂ ਦੇ ਵਿੱਚ, ਫੈਕਟਰੀਆਂ ਦੇ ਵਿੱਚ, ਜਿੱਥੇ ਮਰਜ਼ੀ ਜਿੱਥੇ ਕੰਮ ਕਰਦੀਆਂ ਨੇ ਉਹ ਉੱਥੇ ਰੇਪ ਹੁੰਦੇ ਨੇ, ਛੇੜਖਾਨੀਆਂ ਹੁੰਦੀਆਂ ਨੇ। 7ਵੀਂ ਕਲਾਸ ਵਿੱਚ ਪੜ੍ਹਦੀ ਸੀ ਮੇਰੇ ਖਿਆਲ 'ਚ। ਮੇਰੀ ਮੰਮੀ ਮਤਲਬ ਪੱਠੇ ਲੈਣ ਗਏ ਸੀਗੇ ਅਤੇ ਉੱਥੇ ਕੀ ਆ ਇੱਕ ਜ਼ਮੀਂਦਾਰ ਸੀ, ਉਹ ਗਾਲਾਂ ਕੱਢ ਰਿਹਾ ਸੀ ਕਿ ਤੁਸੀਂ ਸਾਡੇ ਥੱਲੇ ਪੈਂਦੇ ਆ। ਕੁਝ ਮਹੀਨੇ ਪਹਿਲਾਂ ਇੱਕ ਕੁੜੀ ਦੀ ਗ੍ਰਿਫਤਾਰੀ ਹੋਈ ਸੀ ਨੌਦੀਪ ਕੌਰ ਜਿਸਨੂੰ ਕਿ ਦਿੱਲੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਉਸ ਅੰਦੋਲਨ ਦੇ ਦੌਰਾਨ। ਤੇ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਮੰਗ ਵੀ ਉੱਠੀ ਸੀ ਉਸ ਦੀ ਰਿਹਾਈ ਦੇ ਲਈ। ਤੇ ਅੱਜ ਉਹ ਕੁੜੀ 6 ਮਹੀਨਿਆਂ ਬਾਅਦ ਪ੍ਰੋ ਪੰਜਾਬ ਟੀਵੀ ਤੇ ਸਾਡੇ ਨਾਲ ਜੁੜੀ ਹੈ ਨੌਦੀਪ ਕੌਰ। ਉਸ ਦੇ ਨਾਲ ਗੱਲਬਾਤ ਕਰਾਂਗੇ, ਉਸ ਵੇਲੇ ਦੇ ਜੋ ਵੀ ਸਾਰਾ ਸੀਨ ਰਿਹਾ, ਜੋ ਵੀ ਉਸ ਦੇ ਤਜਰਬੇ ਨੇ, ਉਹਨਾਂ ਦੇ ਬਾਰੇ ਸਾਡੇ ਨਾਲ ਗੱਲਬਾਤ ਕਰੇਗੀ। ਨੌਦੀਪ, ਸਵਾਗਤ ਹੈ ਪ੍ਰੋ ਪੰਜਾਬ ਟੀਵੀ। ਧੰਨਵਾਦ ਜੀ। ਜੇ ਉਸ ਸਮੇਂ ਤੋਂ ਹੀ ਆਪਾਂ ਗੱਲ ਕਰੀਏ ਹੈ ਨਾ, ਜਦੋਂ ਤੁਹਾਡੀ ਗ੍ਰਿਫਤਾਰੀ ਹੋਈ ਸੀ, ਥੋੜਾ ਜਿਹਾ ਜੇ ਆਪਾਂ ਬਰੀਫ ਦੇ ਵਿੱਚ ਗੱਲ ਕਰੀਏ, ਪੂਰਾ ਮਸਲਾ ਕੀ ਸੀ? ਪੂਰਾ ਮਸਲਾ ਇਹ ਹੈ ਕਿ ਅਸੀਂ ਲਗਾਤਾਰ ਤੋਂ ਮਜ਼ਦੂਰ ਦਿਵਸ ਸੰਗਠਨ ਦੇ ਵਿੱਚ ਕੰਮ ਕਰ ਰਹੇ ਹਾਂ। ਉੱਥੇ ਕਿਸਾਨ ਅੰਦੋਲਨ ਵੀ ਲਗਾਤਾਰ ਚੱਲ ਰਿਹਾ ਸੀਗਾ। ਜੋ 26 ਨਵੰਬਰ ਤੋਂ ਸ਼ੁਰੂ ਹੋਇਆ ਸੀ, ਅਸੀਂ ਜਿਹੜੇ 2-3 ਹਜ਼ਾਰ ਮਜ਼ਦੂਰ ਆ, ਅਸੀਂ ਹੜਤਾਲ ਕੀਤੀ ਕਿਸਾਨਾਂ ਦੇ ਸਮਰਥਨ ਦੇ ਵਿੱਚ। ਨਾਲ ਹੀ ਅਸੀਂ ਮਜ਼ਦੂਰਾਂ ਦੇ ਵੇਤਨ ਨੂੰ ਲੈ ਕੇ ਲਗਾਤਾਰ ਅਸੀਂ ਡਿਮਾਂਡ ਉਠਾ ਰਹੇ ਸੀਗੇ ਅਤੇ ਨਾਲ ਹੀ ਅਸੀਂ ਉਹਨਾਂ ਦਾ ਵੇਤਨ ਦਬਾ ਵੀ ਰਹੇ ਸੀਗੇ। ਅਤੇ ਅਸੀਂ ਕਰੋੜਪਤੀ ਮਾਲਕਾਂ ਦੇ ਅੱਗੇ ਬੋਲਣਾ ਅਤੇ ਕਿਸਾਨ ਅੰਦੋਲਨ ਦੇ ਵਿੱਚ ਮਜ਼ਦੂਰਾਂ ਦਾ ਸਮਰਥਨ ਆ ਨਾ ਕਰਨਾ, ਅਤੇ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਉਹਨਾਂ ਨੇ ਜਾਣਬੁੱਝ ਕੇ ਉਹ ਕੇਸ ਪਾਏ ਤਾਂ ਕਿ ਆਵਾਜ਼ ਨੂੰ ਦਬਾਇਆ ਜਾ ਸਕੇ। ਪਰ ਉਦੋਂ ਤੁਹਾਡੀ ਵੀ ਇੱਕ ਵੀਡੀਓ ਵਾਇਰਲ ਹੋਈ ਸੀ, ਤੁਹਾਡੇ ਤੇ ਵੀ ਦੋਸ਼ ਲੱਗਣੇ ਵੀ ਤੁਸੀਂ ਵੀ ਪੁਲਿਸ ਦੇ ਨਾਲ ਵਧੀਕੀ ਕੀਤੀ ਸੀ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਖਾਸ ਕਰਕੇ ਜਿਹੜੀ ਤੁਹਾਡੀ ਵੀਡੀਓ ਉਦੋਂ ਪੁਲਿਸ ਦੇ ਨਾਲ ਹੈ ਨਾ ਵਾਇਰਲ ਹੋਈ ਸੀ, ਉਸ ਵੀਡੀਓ ਬਾਰੇ ਕੀ ਕਹਿਣਾ ਤੁਹਾਡਾ? ਬਿਲਕੁਲ, ਇਹ ਸਾਰਿਆਂ ਦਾ ਹੀ ਸਵਾਲ ਹੈ, ਬਹੁਤ ਸਾਰੇ ਲੋਕਾਂ ਦੇ ਦਿਮਾਗ 'ਚ ਇਹ ਸਵਾਲ ਹੋ ਸਕਦਾ, ਕਿਉਂਕਿ ਦੇਖੋ ਉਸ ਤੋਂ ਪਹਿਲਾਂ ਵੀ ਅਸੀਂ ਕੰਮ ਕਰ ਰਹੇ ਸੀ, ਉਸ ਤੋਂ ਪਹਿਲਾਂ ਵੀ ਅਸੀਂ ਆਪਣਾ ਵੇਤਨ ਦੇ ਲੈਣ ਲਈ ਲਗਾਤਾਰ ਕੰਪਨੀਆਂ ਦੇ ਅੱਗੇ ਜਾਂਦੇ ਰਹੇ ਹਾਂ। ਪਰ ਉਸ 'ਤੇ ਕੀ ਹੈ, ਪ੍ਰਾਈਵੇਟ ਗੁੰਡੇ ਪਾਲੇ ਹੋਏ ਆ। ਜਦੋਂ ਅਸੀਂ ਆਪਣੇ ਵੇਤਨ ਦੀ ਮੰਗ ਕਰਦੇ, ਸਾਡੇ 'ਤੇ ਹਮਲਾ ਕੀਤਾ ਜਾਂਦਾ, ਸਾਡੇ 'ਤੇ ਖੁੱਲੀ ਫਾਇਰਿੰਗ ਕੀਤੀ ਜਾਂਦੀ ਹੈ। ਪਰ ਜਦੋਂ ਅਸੀਂ ਥਾਣੇ ਵਿੱਚ ਕੰਪਲੇਂਟ ਦਰਜ ਕਰਵਾਉਣ ਜਾਂਦੇ ਹਾਂ ਤਾਂ ਪੁਲਿਸ ਉਹਨਾਂ ਦਾ ਪੱਖ ਪੂਰਦੀ ਨਜ਼ਰ ਆਉਂਦੀ ਹੈ, ਗੁੰਡਿਆਂ ਦਾ ਅਤੇ ਕੰਪਨੀ ਮਾਲਕਾਂ ਦਾ। ਉਸ ਤੋਂ ਬਾਅਦ ਅਸੀਂ ਐਸਪੀ ਤੱਕ ਵੀ ਪਹੁੰਚ ਕਰਦੇ ਹਾਂ, ਐਸਪੀ ਵੀ ਸਾਡੀ ਗੱਲ ਨਹੀਂ ਸੁਣਦਾ। ਅਤੇ ਉਸ 'ਤੇ ਅੱਗੇ ਸਾਡੇ ਕੋਲ ਕੀ ਰਸਤਾ ਰਹਿ ਜਾਂਦਾ? ਅਸੀਂ ਜਿਹੜੇ ਮਜ਼ਦੂਰ ਆ ਉਹ ਲਗਾਤਾਰ ਆਪਣਾ ਪੂਰਾ ਠੰਡਾ ਗਰਮੀਆਂ ਬਿਤਾ ਕੇ ਨਾ ਪੂਰਾ ਇੱਕ ਪਲ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਨੇ। ਉਹਦਾ ਜੇਕਰ ਵੇਤਨ ਨਹੀਂ ਮਿਲੂਗਾ ਤਾਂ ਲੋਕਾਂ ਕੋਲ ਕੀ ਰਸਤਾ ਰਹਿ ਜਾਊਗਾ? ਕਿਉਂਕਿ ਇਹ ਉਸ ਤਰੀਕੇ ਨਾਲ ਨਹੀਂ ਕਹਿ ਸਕਦੇ ਕਿ ਸਾਡੇ ਕੋਲ ਕੁਛ ਬਚਿਆ ਹੋਇਆ, ਕਿ ਜੇਕਰ ਅਸੀਂ ਅੱਜ ਆਪਣਾ ਵੇਤਨ ਨਾ ਲਈਏ ਤਾਂ ਕੱਲ੍ਹ ਨੂੰ ਸਾਡੇ ਕੋਲ ਕੁਛ ਰੋਟੀ ਪਕਾਉਣ ਨੂੰ ਕੁਛ ਸਾਧਨ ਹੈ। ਅਸੀਂ ਆਪਣੇ ਪੇਟ 'ਤੇ ਗੰਢ ਮਾਰ ਕੇ ਨਹੀਂ ਬੈਠ ਸਕਦੇ, ਇਸ ਲਈ ਸਾਡੇ ਕੋਲ ਕੋਈ ਆਪਸ਼ਨ ਨਹੀਂ ਸੀ। ਅਸੀਂ ਗੁੰਡਿਆਂ ਨਾਲ ਸਾਹਮਣਾ ਕਰਨ ਗਏ ਸੀ, ਨਾ ਕਿ ਪੁਲਿਸ 'ਤੇ ਅਟੈਕ ਕਰਨ ਗਏ ਸੀ। ਪਰ ਜਦੋਂ ਪੁਲਿਸ ਆਉਂਦੀ ਆ, ਪੁਲਿਸ ਅੱਗੋਂ ਅਟੈਕ ਕਰਦੀ ਹੈ, ਫਾਇਰਿੰਗ ਕਰਦੀ ਹੈ, ਲੋਕਾਂ ਨੂੰ ਕੁੱਟਣਾ ਸ਼ੁਰੂ ਕਰਦੀ, ਬਿਨਾਂ ਲੇਡੀਜ਼ ਪੁਲਿਸ ਤੋਂ ਜੈਂਟਸ ਪੁਲਿਸ ਆ ਕੇ ਮਾਰਨਾ ਸ਼ੁਰੂ ਕਰਦੀ ਆ। ਅਤੇ ਉਹ ਉਹਨਾਂ ਨੇ ਮਾਹੌਲ ਇਹੋ ਜਿਹਾ ਕ੍ਰੀਏਟ ਕਰਤਾ ਕਿ ਉਹ ਸਾਰਾ ਕੁਛ ਹੋਇਆ। ਹਾਲਾਂਕਿ ਸਾਡਾ ਇਹੋ ਜਿਹਾ ਕੋਈ ਪਲਾਨ ਨਹੀਂ ਸੀ, ਅਸੀਂ ਜਾਣਬੁੱਝ ਕੇ ਐਸਾ ਕੁਛ ਨਹੀਂ ਕੀਤਾ। ਤੁਸੀਂ ਇਹ ਕਹਿ ਰਹੇ ਹੋ ਕਿ ਪੁਲਿਸ ਦੇ ਵੱਲੋਂ ਕ੍ਰੀਏਟ ਕੀਤਾ ਸੀ ਸਾਰਾ? ਬਿਲਕੁਲ ਬਿਲਕੁਲ, ਇਹ ਪੁਲਿਸ ਵੱਲੋਂ ਕ੍ਰੀਏਟ ਕੀਤਾ ਗਿਆ। ਪਰ ਨੌਦੀਪ, ਤੁਹਾਡੇ ਜਦੋਂ ਇਹ ਸਾਰਾ ਕੇਸ ਹੋਇਆ ਤਾਂ ਉਸ ਵੇਲੇ ਤੁਹਾਡੇ ਪਿੰਡ ਦੇ ਵਿੱਚੋਂ ਵੀ ਕੋਈ ਵੀਡੀਓ ਇਸ ਤਰ੍ਹਾਂ ਦੀ ਵਾਇਰਲ ਹੋਈ ਸੀ ਜਿਹਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਕੁਝ ਵੀ ਨਹੀਂ ਹੈਗੀ, ਜਾਣਬੁੱਝ ਕੇ ਹਵਾ ਦਿੱਤੀ ਜਾ ਰਹੀ ਹੈ, ਉਹ ਵੀਡੀਓ ਬਾਰੇ ਤੁਸੀਂ ਕੀ ਕਹੋਗੇ? ਬਿਲਕੁਲ, ਪਿੰਡ ਦੇ ਵਿੱਚ ਕੁਛ ਧਨਾੜ ਚੌਧਰੀ ਹੁੰਦੇ ਨੇ ਹੈ ਨਾ, ਉਸ ਟਾਈਮ 'ਤੇ ਵੀ ਦੇਖੋ ਜੇਕਰ ਮਜ਼ਦੂਰ ਆਵਾਜ਼ ਚੁੱਕਦਾ ਤਾਂ ਉਹਨੂੰ ਦਬਾਉਣ ਵਾਸਤੇ ਬਹੁਤ ਸਾਰੇ ਹੱਥ ਹੁੰਦੇ ਨੇ ਹੈ ਨਾ। ਮੈਂ ਬਹੁਤ ਛੋਟੀ ਸੀ
ਜਦੋਂ ਉਹ ਬਲਾਤਕਾਰ ਦਾ ਕੇਸ ਜਿਹੜਾ ਸਾਡੇ ਪਿੰਡ ਦੇ ਵਿੱਚ ਹੋਇਆ ਸੀ, ਮੇਰੀ ਮਦਦ ਦੇ ਵੱਲੋਂ ਲਗਾਤਾਰ ਸੰਘਰਸ਼ ਕੀਤਾ ਗਿਆ। ਹੋਰ ਵੀ ਬਹੁਤ ਜਿਹੜੇ ਲੋਕ ਸੀ ਜਾਂਦੇ ਰਹੇ ਹਨ, ਮਜ਼ਦੂਰ ਪੰਜਾਬ ਖੇਤ ਮਜ਼ਦੂਰ ਯੂਨੀਅਨ ਸੀਗਾ। ਕਿੰਨੇ ਦਿਨ ਮੇਰੀ ਮੰਮੀ 7-8 ਦਿਨ ਜੇਲ੍ਹ 'ਚ ਵੀ ਰਹਿ ਕੇ ਆਏ ਤੇ ਉਹਨਾਂ ਮੁੰਡਿਆਂ ਨੂੰ ਜੇਲ੍ਹ ਜਾਣਾ ਪਿਆ ਹਨਾ। ਤੇ ਉਹ ਇੱਕ ਪੜਾਸ ਸੀ ਜਿਹੜੀ ਉਸ ਟਾਈਮ ਤੇ ਕੱਢੀ ਗਈ ਜਦੋਂ ਇੱਕ ਮਜ਼ਦੂਰ ਕੁੜੀ ਹਨਾ, ਜਿਨ੍ਹਾਂ ਮਜ਼ਦੂਰਾਂ ਦੀ ਕਦੇ ਆਵਾਜ਼ ਚੁੱਕੀ ਹੀ ਨਹੀਂ ਜਾਂਦੀ, ਉਸ ਮਜ਼ਦੂਰ ਕੁੜੀ ਦੀ ਆਵਾਜ਼ ਸਾਰੇ ਹੀ ਬਣਨ ਲਈ ਤਿਆਰ ਸੀ, ਸਾਰੇ ਉਹਦੇ ਹੱਕ ਦੀ ਗੱਲ ਕਰ ਰਹੇ ਸੀ। ਪਰ ਕੋਈ ਇਹੋ ਜਿਹਾ ਮੀਡੀਆ ਵੀ ਹੈ ਜਿਹੜਾ ਉਸ ਕੁੜੀ ਦੇ ਘਰ ਜਾਣ ਦੀ ਬਜਾਏ ਉਹਨਾਂ ਮੁੰਡਿਆਂ ਦੇ ਘਰ ਜਾਂਦਾ ਹਨਾ। ਇੱਕ ਮਸਾਲਾ ਜਿਵੇਂ ਆਪਾਂ ਕਹਿ ਦਈਏ ਕਿ ਉਸ ਕੁੜੀ ਦੇ ਘਰ ਕਿਉਂ ਨਹੀਂ ਗਏ ਜਿਹਨੇ ਇਸ ਕੁੜੀ ਦਾ ਨਾ ਰੇਪ ਹੋਇਆ, ਉਸ ਮੁੰਡਿਆਂ ਦੇ ਘਰ ਆਪਾਂ ਜ਼ਰੂਰ ਚਲੇ ਜਾਂਦੇ ਆ ਕਿ ਜਿਹੜੇ ਖਿਲਾਫ ਬੋਲ ਪਾਉਣ, ਤਾਂ ਕਿ ਇੱਕ ਨਵਾਂ ਮਸਲਾ ਉੱਭਰੇ ਕਿ ਹਾਂ ਦੇਖੋ ਨੌਦੀਪ ਕੌਰ ਦਾ ਇੱਕ ਨਵਾਂ ਚਿਹਰਾ। ਇਹ ਤਾਂ ਇੱਕ ਜਾਣਬੁੱਝ ਕੇ ਬਣਾਈ ਗਈ ਗੱਲ ਆ, ਕਿਉਂਕਿ ਜੋ ਵੀ ਮੇਰੇ ਲਈ ਲੋਕ ਬੋਲ ਰਹੇ ਨੇ ਉਹ ਸਬੂਤਾਂ ਦੇ ਆਧਾਰ ਤੇ ਬੋਲ ਰਹੇ ਨੇ। ਮੇਰੀਆਂ ਪੁਰਾਣੀਆਂ ਵੀਡੀਓਜ਼ ਨੇ, ਮੇਰੇ ਪੁਰਾਣੇ ਕੰਮ ਨੇ, ਉਹ ਸਾਰਾ ਕੁਝ ਮੇਰਾ ਬੋਲਦਾ। ਮੈਂ ਨਹੀਂ ਖੁਦ ਬੋਲ ਰਹੀ ਸੀ, ਮੈਂ ਜੇਲ੍ਹ ਵਿੱਚ ਸੀ, ਜੋ ਕੁਝ ਬੋਲਿਆ ਮੇਰੇ ਪੁਰਾਣੇ ਕੰਮਾਂ ਨੇ ਬੋਲਿਆ। ਨੌਦੀਪ, ਤੁਸੀਂ ਕਹਿ ਰਹੇ ਹੋ ਕਿ ਮਜ਼ਦੂਰਾਂ ਦੀ ਆਵਾਜ਼ ਆ ਜਿਹੜੀ ਉਹ ਘੱਟ ਚੁੱਕੀ ਜਾਂਦੀ ਹੈ। ਤੁਸੀਂ ਕਿਸਾਨੀ ਅੰਦੋਲਨ ਦੇ ਵਿੱਚ ਹਾਲੇ ਤੱਕ ਸਰਗਰਮ ਹੋ ਸਿੰਘੂ ਬਾਰਡਰ ਤੇ। ਜੇ ਆਪਾਂ ਪੂਰੇ ਕਿਸਾਨੀ ਅੰਦੋਲਨ ਨੂੰ ਦੇਖੀਏ, ਇਹਦੇ ਵਿੱਚ ਤੁਹਾਨੂੰ ਲੱਗਦਾ ਕਿ ਮਜ਼ਦੂਰ ਨੇ ਜਿਹੜੇ ਉਹ ਹਾਸ਼ੀਏ ਤੇ ਧੱਕੇ ਗਏ ਨੇ, ਉਹਨਾਂ ਦੇ ਮੁੱਦੇ ਆ ਜਿਹੜੇ ਨਹੀਂ ਉਭਾਰੇ ਗਏ? ਬਿਲਕੁਲ ਇਹ ਸੱਚਾਈ ਆ, ਕਿਉਂਕਿ ਮਜ਼ਦੂਰਾਂ ਦੇ ਮੁੱਦੇ ਬਿਲਕੁਲ ਨਹੀਂ ਚੱਕੇ ਜਾਂਦੇ। ਕਿਉਂਕਿ ਇੱਕ ਪਾਸੇ ਤਾਂ ਆਪਾਂ ਇਹ ਕਹਿੰਦੇ ਹਾਂ ਕਿ ਬਈ ਕਿਸਾਨ ਉੱਥੇ ਬੈਠੇ ਨੇ, ਕਿਸਾਨ ਮਜ਼ਦੂਰ ਏਕਤਾ ਦਾ ਨਾਂ ਲੱਗਦਾ ਤੇ ਹਨਾ, ਮਜ਼ਦੂਰ ਉੱਥੇ ਹੈ ਨਹੀਂ। ਇਹ ਸੱਚਾਈ ਆ, ਬਹੁਤ ਘੱਟ ਮਜ਼ਦੂਰ ਉੱਥੇ ਜਾ ਰਹੇ ਨੇ। ਮਜ਼ਦੂਰਾਂ ਦੀਆਂ ਬਹੁਤ ਸਾਰੀਆਂ ਮੰਗਾਂ ਨੇ, ਉੱਥੇ ਕਿਸਾਨ ਆਪਣੀਆਂ ਮੰਗਾਂ ਲੈ ਕੇ ਬੈਠੇ ਨੇ। ਇੱਥੇ ਜ਼ਰੂਰਤ ਹੈ ਕਿ ਮਜ਼ਦੂਰਾਂ ਦੀਆਂ ਮੰਗਾਂ ਵੀ ਹੋਣ ਤੇ ਮਜ਼ਦੂਰ ਵੀ ਉੱਥੇ ਆਉਣ। ਪਰ ਇਹ ਇੱਕ ਹੈਗੀ ਵੀ ਗੱਲ, ਕਿਉਂਕਿ ਜੋ ਵੀ ਮਜ਼ਦੂਰਾਂ ਦੀ ਗੱਲ ਕਰਦਾ ਜਾਂ ਤਾਂ ਉਹਨੂੰ ਪਿੱਛੇ ਧੱਕ ਦਿੱਤਾ ਜਾਂਦਾ, ਜੇ ਕੋਈ ਜਾਂ ਤਾਂ ਕੋਈ ਗੱਲ ਕਰਦਾ ਹੀ ਨਹੀਂ ਹਨਾ। ਵੱਡੇ ਵੱਡੇ ਮਜ਼ਦੂਰ ਸੰਗਠਨ ਨੇ, ਯੂਨੀਅਨਾਂ ਨੇ, ਪਰ ਉਹ ਗੱਲ ਕੀਤੀ ਜਾਂਦੀ ਆ। ਪਰ ਜਿਹੜੇ ਕਿ ਸੱਚਾਈ ਆ ਜਿਹੜੀ ਮਜ਼ਦੂਰਾਂ ਦੀ, ਹੁਣ ਜਿਵੇਂ ਬਿਜਲੀ ਦੇ ਕਾਨੂੰਨ ਆਏ ਨੇ, ਲੇਬਰ ਕੋਡ ਆਏ ਨੇ, ਜਿਵੇਂ ਮਨਰੇਗਾ ਦਾ ਕੰਮ ਨਹੀਂ ਉਹਨਾਂ ਨੂੰ ਮਿਲ ਰਿਹਾ ਹੈਗਾ, ਜਾਂ ਬਹੁਤ ਸਾਰੀਆਂ ਹੋਰ ਵੀ ਦਿੱਕਤਾਂ ਨੇ, ਪਰ ਉਹ ਅੱਜ ਵੀ ਉਹਨਾਂ ਦਾ ਮਸਲਾ ਕਿਤੇ ਵੀ ਨਹੀਂ ਦਿਖਦਾ ਸਾਨੂੰ। ਤੇ ਨੌਦੀਪ, ਜੇ ਮਜ਼ਦੂਰਾਂ ਨੂੰ, ਤੁਹਾਨੂੰ ਲੱਗਦਾ ਕਿ ਮਜ਼ਦੂਰਾਂ ਨੂੰ ਰਾਜਨੀਤੀ 'ਚ ਆਉਣਾ ਚਾਹੀਦਾ ਆਪਣੇ ਮਸਲਿਆਂ ਨੂੰ ਹੱਲ ਕਰਾਉਣ ਦੇ ਲਈ? ਕਿਉਂਕਿ ਪੰਜਾਬ ਦੇ ਵਿੱਚ ਮੰਗ ਉੱਠ ਰਹੀ ਹੈ ਕਿ ਜਿਹੜਾ ਦਲਿਤ ਚਿਹਰਾ ਇੱਕ ਸੀਐਮ ਹੋਣਾ ਚਾਹੀਦਾ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਆਪਾਂ ਇਹ ਸੰਵਿਧਾਨ ਦੀ ਜੇਕਰ ਗੱਲ ਕਰੀਏ, ਸੰਵਿਧਾਨ ਦੇ ਵਿੱਚ ਬਹੁਤ ਸਾਰੇ ਰਾਈਟਸ ਦਿੱਤੇ ਗਏ ਦਲਿਤ ਲੋਕਾਂ ਨੂੰ, ਮਜ਼ਦੂਰ ਲੋਕਾਂ ਨੂੰ, ਪਰ ਕੀ ਉਹ ਲਾਗੂ ਹੋਏ ਆ? ਸੰਵਿਧਾਨ ਦੇ ਵਿੱਚ ਤਾਂ ਇਹ ਵੀ ਗੱਲ ਕਿ ਮਜ਼ਦੂਰਾਂ ਨੂੰ ਜ਼ਮੀਨ ਮਿਲਣੀ ਚਾਹੀਦੀ ਆ, 17 ਏਕੜ ਤੋਂ ਵੱਧ ਕਿਸੇ ਕੋਲ ਜ਼ਮੀਨ ਨਹੀਂ ਹੋਣੀ ਚਾਹੀਦੀ। ਹੁਣ ਤਾਂ ਜਨਸੰਖਿਆ ਵਧੀ, ਇਦੋਂ ਘੱਟ ਹੋਣੀ ਚਾਹੀਦੀ ਹੈ, ਪਰ ਇੱਕ ਪਾਸੇ 1000 ਏਕੜ ਜ਼ਮੀਨ ਆ, ਇੱਕ ਪਾਸੇ ਕਿਸੇ ਕੋਲ ਘਰ ਵੀ ਨਹੀਂ ਹੈਗਾ ਰਹਿਣ ਨੂੰ। ਤੇ ਉਸ ਹਾਲਾਤ ਵਿੱਚ ਜਿਹੜੀ ਸਰਕਾਰ ਸੰਵਿਧਾਨ ਨੂੰ ਨਾ ਮੰਨਦੇ ਹੋਏ ਆਪਣੇ ਦਮ ਤੇ ਕਾਨੂੰਨ ਬਣਾ ਕੇ ਮਜ਼ਦੂਰਾਂ ਕਿਸਾਨਾਂ ਨੂੰ ਦਬਾ ਰਹੀ ਆ। ਜੇਕਰ ਉਹ ਇਹੋ ਜਿਹੀਆਂ ਗੱਲਾਂ ਕਰਦੇ ਤੇ ਰਾਜਨੀਤੀ ਦਾ ਖੇਲ ਆ। ਕੋਈ ਇਹੋ ਜਿਹਾ ਨਹੀਂ ਹੈ ਕਿ ਸੀਐਮ ਬਣਾ ਦੇਣਗੇ ਤਾਂ ਹਨਾ ਉਹ ਆਪਣਾ ਮਜ਼ਦੂਰਾਂ ਦਾ ਕੋਈ ਭਲਾ ਕਰ ਦੇਣਗੇ। ਜੇਕਰ ਪਿੰਡਾਂ ਦੀ ਗੱਲ ਵੀ ਕੀਤੀ ਜਾਵੇ, ਸਾਡੇ ਪਿੰਡ ਦੇ ਵਿੱਚ ਸਰਪੰਚ ਚੁਣਨਾ ਸੀਗਾ, ਕਹਿੰਦੇ ਵੀ ਮਜ਼ਦੂਰਾਂ ਦਾ ਸਰਪੰਚ ਚੁਣਿਆ ਜਾਊਗਾ ਇਸ ਵਾਰ। ਜਿਹੜੇ ਸਰਪੰਚ ਮਜ਼ਦੂਰ ਖੜੇ ਹੋਏ ਸਰਪੰਚ ਲਈ, ਉਹਨਾਂ ਨੂੰ ਸ਼ਾਮ ਤੱਕ ਘਰੇ ਕੁੱਟ ਕੇ ਆਂਦਾ ਗਿਆ ਕਿ ਤੁਸੀਂ ਸਰਪੰਚ ਨਹੀਂ ਖੜੇ ਹੋ ਸਕਦੇ। ਤੇ ਅਸੀਂ ਇੱਥੇ ਗੱਲ ਕਰਦੇ ਨੇ, ਉਹਨਾਂ ਨੂੰ ਖੜਾ ਕੀਤਾ ਜਾਂਦਾ ਕਿ ਜਿਹੜੇ ਤਿਲ ਚੱਟਦੇ ਨੇ ਉਹਨਾਂ ਦੇ ਹਨਾ, ਕਿ ਚਲੋ ਉਹਨਾਂ ਦੀ ਦਲਾਲੀ ਕਰਦੇ ਨੇ, ਉਹ ਉੱਥੇ ਬੈਠਦੇ ਨੇ। ਉਹ ਤਾਂ ਸੀਐਮ ਵੀ ਉਹ ਬਣਾਇਆ ਜਾਊਗਾ ਜਿਹੜਾ ਕਿ ਉਹਨਾਂ ਦੀ ਦਲਾਲੀ ਕਰੂਗਾ, ਨਾ ਕਿ ਰਿਐਲਿਟੀ ਦੇ ਵਿੱਚ ਉਸ ਨੂੰ ਬਣਾਇਆ ਜਾਊਗਾ ਜਿਹੜਾ ਕਿ ਲੋਕਾਂ ਦੀ ਗੱਲ ਕਰੂਗਾ। ਇਹ ਤਾਂ ਇੱਕ ਰਾਜਨੀਤੀ ਦਾ ਖੇਲ ਆ, ਉਹ ਜਾਣਬੁੱਝ ਕੇ ਇਹੋ ਜਿਹੀਆਂ ਗੱਲਾਂ ਕਰ ਰਹੇ ਨੇ। ਫਿਰ ਮਜ਼ਦੂਰਾਂ ਦੀ ਮੁਕਤੀ ਦਾ ਰਾਹ ਕੀ ਹੈ? ਮਜ਼ਦੂਰਾਂ ਦੀ ਮੁਕਤੀ ਦਾ ਰਸਤਾ ਸਿਰਫ ਇੱਕ ਹੀ ਹੈ ਕਿ ਮਜ਼ਦੂਰ ਵੱਡੀ ਸੰਖਿਆ ਦੇ ਵਿੱਚ ਸੰਗਠਿਤ ਹੋ ਕੇ ਆਪਣੇ ਹੱਕ ਲੈਣ। ਜਿਸ ਤਰੀਕੇ ਦੇ ਨਾਲ ਅਸੀਂ ਗੱਲ ਕਰਦੇ ਹਾਂ ਫੈਕਟਰੀ ਮਜ਼ਦੂਰਾਂ ਦੀ, ਉੱਥੇ ਇਹ ਕਿ ਜੋ ਵੀ ਸੂਈ ਤੋਂ ਲੈ ਕੇ ਜਹਾਜ਼ ਤੱਕ ਇੱਕ ਮਜ਼ਦੂਰ ਬਣਾਉਂਦਾ, ਬਿਲਡਿੰਗਾਂ ਮਜ਼ਦੂਰ ਬਣਾਉਂਦਾ, ਜਿੰਨਾ ਵੀ ਆਪਣੇ ਆਸੇ ਪਾਸੇ ਸਮਾਨ ਪਿਆ, ਇਹ ਸਾਰਾ ਮਜ਼ਦੂਰਾਂ ਦੀ ਮਿਹਨਤ ਨਾਲ ਬਣਿਆ। ਪਰ ਦੂਸਰੇ ਪਾਸੇ ਮਜ਼ਦੂਰਾਂ ਨੂੰ ਕੁਝ ਨਹੀਂ ਦਿੱਤਾ ਜਾਂਦਾ। ਜੇਕਰ ਮਜ਼ਦੂਰ ਠਾਣ ਲੈਣ, ਜੇਕਰ ਇੱਕ ਵੀ ਦਿਨ ਮਜ਼ਦੂਰ ਕੰਮ ਕਰਨਾ ਬੰਦ ਕਰਦੇ ਆ ਤਾਂ ਕਰੋੜਾਂ ਦਾ ਨੁਕਸਾਨ ਹੋਊਗਾ। ਕਿਉਂਕਿ ਜਿਹੜੀ ਕੰਪਨੀ ਵਿੱਚ ਮੈਂ ਕੰਮ ਕਰਦੀ ਸੀ, ਇੱਕ ਦਿਨ ਵਿੱਚ ਉਹ ਕੰਪਨੀ ਕਰੋੜਾਂ ਰੁਪਏ ਦਾ ਮਾਲ ਕਮਾ ਰਹੀ ਆ, ਪਰ ਉੱਥੇ ਹਜ਼ਾਰਾਂ ਕੰਪਨੀਆਂ, ਲੱਖਾਂ ਕੰਪਨੀਆਂ ਕੰਮ ਕਰਦੀਆਂ ਨੇ। ਜੇਕਰ ਆਪਾਂ ਇੱਕ ਵੀ ਦਿਨ ਕੰਮ ਕਰਨਾ ਬੰਦ ਕਰ ਦਈਏ, ਜੇਕਰ ਆਪਾਂ ਬਗਾਵਤ ਉੱਤਰ ਆਈਏ, ਤਾਂ ਮੇਰੇ ਖਿਆਲ ਦੇ ਵਿੱਚ ਜਿਹੜੀਆਂ ਸਰਕਾਰਾਂ ਨੇ, ਜਿਹੜੀ ਹੁਣ ਮੋਨੋਪੋਲੀ ਹੋ ਰਹੀ ਹੈ, ਜਿਹੜੀਆਂ ਸਿਰਫ ਚੰਦ ਲੋਕ ਨੇ, 4-5 ਲੋਕ ਨੇ ਜਿਹੜੇ ਹੋਰ ਸਾਰੀ ਦੁਨੀਆ 'ਤੇ ਰਾਜ ਕਰ ਰਹੇ ਨੇ, ਸਾਰੇ ਲੋਕਾਂ 'ਤੇ ਰਾਜ ਕਰ ਰਹੇ ਨੇ। ਸਭ ਤੋਂ ਵੱਡੀ ਤਾਕਤ ਜਨਤਾ ਹੈ ਤੇ ਜਨਤਾ ਨੂੰ ਆਪਣੇ ਹੱਕ ਲੈਣ ਲਈ ਉਹਨਾਂ ਲੋਕਾਂ ਦੇ ਖਿਲਾਫ ਬੋਲਣਾ ਪਊਗਾ। ਇਹੀ ਮੁਕਤੀ ਦਾ ਰਸਤਾ, ਨਾ ਕਿ ਵੋਟ ਪੋਲਿਟਿਕਸ ਜਿਹੜੀ ਅੱਜ ਦੀ ਰਾਜਨੀਤੀ ਚੱਲ ਰਹੀ, ਇਹ ਰਾਜਨੀਤੀ ਬਿਲਕੁਲ ਠੀਕ ਨਹੀਂ ਹੈ। ਨੌਦੀਪ, ਤੁਸੀਂ ਜੇਲ੍ਹ ਵੀ ਗਏ ਹੋ, ਤੁਸੀਂ ਉਸ ਵੇਲੇ ਮਤਲਬ ਜਦੋਂ ਪ੍ਰੈਸ ਕਾਨਫਰੰਸ ਵੀ ਤੁਹਾਡੀ ਹੋ ਰਹੀ ਸੀ, ਉਦੋਂ ਵੀ ਤੁਸੀਂ ਇਹ ਕਹਿ ਰਹੇ ਸੀ ਤੁਹਾਡੇ ਤੇ ਟੌਰਚਰ ਵੀ ਹੋਇਆ, ਜੇਲ੍ਹ ਦੇ ਵਿੱਚ ਹਰਾਸ ਕੀਤਾ ਗਿਆ। ਜੇ ਆਪਾਂ ਉਸ ਸਾਰੇ ਸਮੇਂ ਦੀ ਗੱਲ ਕਰੀਏ, ਜੇਲ੍ਹ ਦੇ ਵਿੱਚ ਜਦੋਂ ਤੁਹਾਨੂੰ ਟੌਰਚਰ ਕੀਤਾ, ਖਾਸ ਕਰਕੇ ਉਸ ਵੇਲੇ ਫੀਮੇਲ ਪੁਲਿਸ ਸੀ ਜਾਂ ਮੇਲ ਪੁਲਿਸ ਸੀ?
ਦੇਖੋ ਥਾਣੇ ਦੇ ਵਿੱਚ ਵੀ ਜੈਂਟਸ ਪੁਲਿਸ ਹੀ ਸੀ, ਫੀਮੇਲ ਪੁਲਿਸ ਨੇ ਨਹੀਂ ਕੁੱਟਿਆ ਮਾਰਿਆ, ਉੱਥੇ ਵੀ ਉਹਨਾਂ ਨੇ ਕੁੱਟਿਆ ਮਾਰਿਆ। ਪਰ ਜੇਲ੍ਹ ਦੇ ਅੰਦਰ ਤਾਂ ਇਹ ਕਿ ਲੇਡੀਜ਼ ਹਨਾ ਜੇਲ੍ਹ ਸੀਗੀ। ਪਰ ਉੱਥੇ ਇਹ ਕਿ ਜੇਕਰ ਕੋਈ ਬਿਮਾਰ ਆ ਹਨਾ, ਉਹ ਮੰਗ ਕਰ ਰਿਹਾ ਕਿ ਉਹਦੇ ਬਹੁਤ ਸਾਰੀਆਂ ਚੋਟਾਂ ਲੱਗੀਆਂ, ਦਵਾਈ ਦੀ ਮੰਗ ਕਰ, ਉਹਨੂੰ ਦਵਾਈ ਨਹੀਂ ਦੇਣੀ ਹੈਗੀ। ਉਹ ਕਿਤਾਬ ਪੜ੍ਹਨ ਦੀ ਮੰਗ ਕਰ, ਉਹਨੂੰ ਕਿਤਾਬ ਨਹੀਂ ਦੇਣੀ ਹੈਗੀ। ਉਹਨੂੰ ਬਾਕੀ ਔਰਤਾਂ ਤੋਂ ਵੱਖ ਰੱਖਣਾ, ਕਿਉਂਕਿ ਉਹ ਇੱਕ ਅੰਦੋਲਨ ਦਾ ਹਿੱਸਾ, ਕਿਉਂਕਿ ਉਹ ਬਾਕੀ ਔਰਤਾਂ ਨੂੰ ਭੜਕਾਉਣ ਆਉਂਦੇ ਵੀ ਹਨਾ। ਜੇਕਰ ਆਪਾਂ ਬਾਕੀ ਔਰਤਾਂ ਦੀ ਗੱਲ ਕਰੀਏ, ਜੇਕਰ ਉੱਥੇ ਇੱਕ ਆਪਣਾ ਇੱਕ ਰਾਈਟ ਆ ਕਿ ਜੇਕਰ ਜੇਲ੍ਹ ਦੇ ਵਿੱਚ ਕੋਈ ਤੁਹਾਨੂੰ ਕੁਝ ਮਨਜ਼ੂਰ ਨਹੀਂ ਹੈਗਾ, ਤੁਸੀਂ ਲੈਟਰ ਲਿਖ ਸਕਦੇ ਹੋ। ਜੇਕਰ ਤੁਸੀਂ ਉੱਥੇ ਕੋਈ ਕਾਪੀ ਪੈਨ ਨਹੀਂ ਜਾ ਸਕਦਾ, ਇੱਕ ਛੋਟਾ ਜਿਹਾ ਟੁਕੜਾ ਵੀ ਕਾਗਜ਼ ਦੇ ਅੰਦਰ ਨਹੀਂ ਜਾ ਸਕਦਾ। ਜੇਕਰ ਫਿਰ ਵੀ ਕੋਈ ਔਰਤ ਕਿਸੇ ਤਰੀਕੇ ਨਾਲ ਲਿਖਦੀ ਆ ਤਾਂ ਉਹਨੂੰ ਬਹੁਤ ਬੁਰੇ ਤਰੀਕੇ ਨਾਲ ਕੁੱਟਿਆ ਜਾਂਦਾ। ਜੇਲ੍ਹ ਦੇ ਵਿੱਚ ਤਾਂ ਅਣਮਨੁੱਖੀ ਵਤੀਰਾ ਜਿਹੜਾ ਹੈ ਨਾ ਅਪਣਾਇਆ ਜਾਂਦਾ। ਹੁਣ ਸੁਧਾਰ ਕਿਸ ਤਰ੍ਹਾਂ ਦੀ ਹਰਾਸਮੈਂਟ ਉੱਥੇ ਤੁਹਾਡੇ ਨਾਲ ਹੋਈ ਹੈ, ਕਿਸ ਤਰ੍ਹਾਂ ਦਾ ਟੌਰਚਰ ਹੋਇਆ? ਦੇਖੋ ਕਿਉਂਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਆਪਾਂ ਨੂੰ ਘਰਦਿਆਂ ਨਾਲ ਮਿਲਣ ਦੀ ਨਾ ਮਨਜ਼ੂਰੀ ਹੋਣੀ ਚਾਹੀਦੀ ਹੈ। ਮੇਰੀ ਭੈਣ ਸਿਰਫ ਇੱਕ ਵਾਰ ਮਿਲੀ ਆ, ਕਿਉਂਕਿ ਜਦੋਂ ਮੈਂ ਉਹਨਾਂ ਨੂੰ ਦੱਸਿਆ ਕਿ ਮੈਨੂੰ ਬਹੁਤ ਜ਼ਿਆਦਾ ਕੁੱਟਿਆ ਮਾਰਿਆ ਗਿਆ, ਮੇਰਾ ਬਹੁਤ ਟੌਰਚਰ ਹੋਇਆ ਅਤੇ ਮੈਨੂੰ ਮੈਡੀਕਲ ਦੀ ਜ਼ਰੂਰਤ ਆ, ਮੇਰਾ ਮੈਡੀਕਲ ਕਰਵਾਇਆ ਜਾਵੇ, ਮੈਨੂੰ ਦਵਾਈ ਦਿੱਤੀ ਜਾਵੇ ਹੈ ਨਾ। ਅਤੇ ਉਹਨਾਂ ਨੇ ਐਪਲੀਕੇਸ਼ਨ ਲਗਾਈ ਕਿ ਮੈਡੀਕਲ ਹੋਣਾ ਚਾਹੀਦਾ। ਕੋਰਟ ਦੇ ਆਰਡਰ ਆਉਣ ਤੋਂ ਬਾਵਜੂਦ ਵੀ ਮਤਲਬ ਮੈਨੂੰ 12 ਜਨਵਰੀ ਨੂੰ ਅਰੈਸਟ ਕੀਤਾ ਗਿਆ ਅਤੇ ਮੇਰੇ 15 ਦਿਨ ਬਾਅਦ ਜਾ ਕੇ 25 ਤਰੀਕ ਨੂੰ ਮੇਰਾ ਜਿਹੜਾ ਮੈਡੀਕਲ ਹੁੰਦਾ, ਕਿ ਕਾਫੀ ਟਾਈਮ ਬਾਅਦ ਕਿ ਮੈਂ ਠੀਕ ਹੋ ਜਾਵਾਂ ਹੈ ਨਾ। ਅਤੇ ਉਸ ਤੋਂ ਬਾਅਦ ਮੇਰੇ ਕਾਫੀ ਜ਼ਖਮ ਠੀਕ ਹੋ ਕੇ ਮੈਂ ਚੱਲਣ ਫਿਰਨ ਵੀ ਲੱਗ ਗਈ ਹਾਂ, ਬਹੁਤ ਸਾਰੇ ਜ਼ਖਮ ਠੀਕ ਹੋ ਜਾਂਦੇ ਆ। ਉੱਥੇ ਮੈਂ ਕਿਤਾਬਾਂ ਦੀ ਮੰਗ ਕਰਦੀ, ਕੱਪੜਿਆਂ ਦੀ ਮੰਗ ਕਰਦੀ ਹਾਂ, ਕੱਪੜੇ ਨਹੀਂ ਆਉਣ 'ਤੇ ਜਾਂਦੇ। ਹਾਲਾਂਕਿ ਕਿ ਮੈਂ ਜਨਮ ਦਿਨ 'ਤੇ ਵੀ ਮੰਗ ਕੀਤੀ ਕਿ ਬਹੁਤ ਸਾਰੀਆਂ ਔਰਤਾਂ ਕੋਲ ਕੱਪੜੇ ਨਹੀਂ ਹੈ। ਜੇਲ੍ਹ ਦੇ ਵਿੱਚ ਇਹ ਨਹੀਂ ਹੈਗਾ ਤੁਸੀਂ ਜਿਹੜਾ ਕੁਝ ਪਾ ਕੇ ਆ ਗਏ ਤੁਹਾਡੇ ਘਰ ਦੇ ਨਹੀਂ ਦਿਖ ਗਏ ਤੁਹਾਨੂੰ ਨਵੇਂ ਕੱਪੜੇ ਦੇ ਦੇਣਗੇ, ਐਸਾ ਕੁਛ ਨਹੀਂ ਹੈ। ਬਹੁਤ ਬੁਰਾ ਵਿਵਹਾਰ ਉੱਥੇ ਮੈਨੂੰ ਦੇਖਣ ਨੂੰ ਮਿਲਿਆ। ਮਜ਼ਦੂਰ ਔਰਤਾਂ, ਦਲਿਤ ਔਰਤਾਂ, ਉਹਨਾਂ ਤੋਂ ਕੰਮ ਕਰਵਾਏ ਜਾਂਦੇ ਨੇ, ਸਫਾਈ ਕਰਵਾਉਣਾ ਨਾ, ਝਾੜੂ ਪੋਚਾ ਕਰਵਾਉਣਾ, ਉਹਨਾਂ ਤੋਂ ਕੱਪੜੇ ਧਵਾਉਣਾ। ਪਰ ਅਪਰ ਕਲਾਸ ਦੀਆਂ ਔਰਤਾਂ ਉਹਨਾਂ 'ਤੇ ਜਿਹੜਾ ਮਤਲਬ ਉਸ ਤਰੀਕੇ ਨਾਲ ਦਬੰਗਾਈ ਕਰਦੀਆਂ ਨੇ। ਉਹ ਸਾਰੀਆਂ ਚੀਜ਼ਾਂ ਅੱਜ ਵੀ ਉਹ ਜੇਲ੍ਹ ਦੇ ਵਿੱਚ ਹੈਗੀਆਂ ਨੇ। ਮਤਲਬ ਜੋ ਕੁਝ ਬਾਹਰ ਚੱਲਦਾ ਆਪਾਂ ਸਿਸਟਮ ਦੇ ਵਿੱਚ ਵੇਖਦੇ ਆ, ਉਹੀ ਕੁਝ ਜੇਲ੍ਹ ਦੇ ਅੰਦਰ ਆ ਵੀ ਕਿਵੇਂ ਇੱਕ ਅਪਰ ਕਲਾਸ ਡੋਮੀਨੈਂਟ ਕਰਦੀ ਹੈ। ਬਿਲਕੁਲ ਬਿਲਕੁਲ ਸੇਮ ਚੀਜ਼ ਆ। ਆਪਾਂ ਨੂੰ ਲੱਗਦਾ ਉਹ ਸੁਧਾਰ ਘਰ ਆ, ਉਹ ਸੁਧਾਰ ਘਰ ਉਹ ਤੋਂ ਖਰਾਬ ਘਰ ਆ, ਉਸ ਤੋਂ ਵੱਧ ਹੈ ਨਾ। ਇਹ ਚੀਜ਼ਾਂ ਬਾਹਰ ਨਹੀਂ ਆ ਸਕਦੀ ਹੈ ਨਾ। ਬਹੁਤ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਬਾਹਰ ਆਉਣੀਆਂ ਚਾਹੀਦੀਆਂ ਨੇ। ਬਹੁਤ ਸਾਰੀਆਂ ਇਹੋ ਜਿਹੀਆਂ ਔਰਤਾਂ ਨੇ ਜਿਨ੍ਹਾਂ ਨੇ ਮੈਨੂੰ ਇਹ ਦੱਸਿਆ ਕਿ ਉਹਨਾਂ ਦਾ ਮਤਲਬ ਮੇਲ ਪੁਲਿਸ ਦੁਆਰਾ ਰਿਮਾਂਡ ਲਿਆ ਗਿਆ। ਬਹੁਤ ਸਾਰੀਆਂ ਔਰਤਾਂ ਨਾਲ ਮੇਲ ਪੁਲਿਸ ਨੇ ਕਿੰਨੇ ਦਿਨ ਕਸਟੋਡੀਅਲ ਰੇਪ ਹੋਇਆ ਉਹਨਾਂ ਦੇ ਨਾਲ। ਉਹ ਔਰਤਾਂ ਦੀ ਅੱਜ ਵੀ ਆਵਾਜ਼ ਨਹੀਂ ਚੁੱਕੀ। ਕੁੰਡਲੀ ਪੁਲਿਸ ਨੇ ਇੱਕ ਲੜਕੀ ਦੇ ਨਾਲ ਰੇਪ ਕੀਤਾ, ਉਸ ਤੋਂ ਬਾਅਦ ਉਹਨੂੰ ਛੱਤ ਤੋਂ ਧੱਕਾ ਦਿੱਤਾ, ਉਹਦੇ ਹੱਥ ਪੈਰ ਟੁੱਟ ਗਏ, ਉਹਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ। ਬਟਾਲਾ ਰੇਪ ਕੇ ਸੋਨੀਪਤ ਪੁਲਿਸ 14 ਪੁਲਿਸ ਵਾਲੇ ਨਾਬਾਲਿਗ ਬੱਚਿਆਂ ਰੇਪ ਕਰਦੇ, ਉਹ ਅੱਜ ਵੀ ਜੇਲ੍ਹ ਵਿੱਚ ਸੜ ਰਹੀ ਆ। ਇਹ ਗੱਲਾਂ ਕੋਈ ਨਹੀਂ ਬਾਹਰ ਲਿਆ ਸਕਦਾ ਅਤੇ ਨਾ ਹੀ ਇਹ ਗੱਲਾਂ ਹੋਣ ਦਿੰਦੇ ਆ ਬਾਹਰ। ਨੌਦੀਪ, ਤੁਸੀਂ ਉਸ ਪਰਿਵਾਰ ਚੋਂ ਆ ਜਿਹੜੇ ਖੇਤ ਮਜ਼ਦੂਰਾਂ ਦੇ ਨਾਲ ਜੁੜੇ ਰਹੇ ਨੇ, ਹੈ ਨਾ। ਜੇ ਆਪਾਂ ਵੈਸੇ ਇੱਕ ਗੱਲ ਕਰੀਏ, ਜਾਂ ਸਾਹਿਤ ਵੀ ਪੜ੍ਹਦੇ ਆ, ਉਹਦੇ ਵਿੱਚ ਵੀ ਇਹ ਗੱਲ ਹੁੰਦੀ ਹੈ ਵੀ ਜਿਹੜੀਆਂ ਖੇਤ ਮਜ਼ਦੂਰ ਔਰਤਾਂ ਨੇ ਉਹਨਾਂ ਦੇ ਨਾਲ ਵੀ ਖੇਤਾਂ 'ਚ ਰੇਪ ਹੁੰਦੇ ਨੇ। ਬਿਲਕੁਲ ਇਹ ਸੱਚਾਈ ਹੈ। ਦੇਖੋ ਆਪਾਂ ਅੰਕੜੇ ਦੇਖਦੇ ਹਾਂ ਵੀ ਇੱਕ ਸਾਲ ਵਿੱਚ ਇੰਨੇ ਅੰਕੜੇ 'ਚ ਇੰਨੇ ਰੇਪ ਹੋ ਗਏ, ਪਰ ਇਸ ਤੋਂ ਵੱਧ ਅੰਕੜੇ ਇਹੋ ਜਿਹੇ ਨੇ ਜਿਹੜੇ ਅੰਕੜੇ ਕਦੇ ਸਾਹਮਣੇ ਆਉਂਦੇ ਹੀ ਨਹੀਂ। ਔਰਤਾਂ ਨਾਲ ਰੇਪ ਹੁੰਦੇ ਨੇ ਖੇਤਾਂ ਦੇ ਵਿੱਚ, ਫੈਕਟਰੀਆਂ ਦੇ ਵਿੱਚ, ਜਿੱਥੇ ਮਰਜ਼ੀ ਜਿੱਥੇ ਕੰਮ ਕਰਦੀਆਂ ਨੇ ਉਹ, ਉੱਥੇ ਰੇਪ ਹੁੰਦੇ ਨੇ, ਛੇੜਖਾਨੀਆਂ ਹੁੰਦੀਆਂ ਨੇ। ਉਹ ਜਾਂ ਤਾਂ ਇੱਜ਼ਤ ਦੀ ਮਾਰਿਆਂ ਚੁੱਪ ਕਰ ਜਾਂਦੀਆਂ ਨੇ, ਜਾਂ ਫਿਰ ਉਹ ਕਹਿੰਦੇ ਨੇ ਕਿ ਵੀ ਇਸ ਦਾ ਮਜ਼ਦੂਰ ਆ, ਸਾਡੀ ਕੋਈ ਸੁਣਦਾ ਹੀ ਨਹੀਂ ਹੈਗਾ ਹੈ ਨਾ। ਉਹ ਚੁੱਪ ਕਰ ਜਾਂਦੇ ਨੇ। ਪਰ ਇਹ ਰਿਐਲਿਟੀ ਹੈ, ਸੱਚਾਈ ਹੈ। ਸਾਡੇ ਕੁੰਡਲੀ ਦੇ ਏਰੀਏ ਦੇ ਵਿੱਚ ਵੀ ਬਹੁਤ ਸਾਰੀਆਂ ਲੜਕੀਆਂ ਇਹੋ ਜਿਹੀਆਂ ਆਈਆਂ ਨੇ ਜਿਹੜੀਆਂ ਕਹਿੰਦੇ ਨੇ ਸਾਡੀ ਉਮਰ ਘੱਟ ਆ, ਜੇਕਰ ਅਸੀਂ ਜੋਬ ਕਰਨ ਜਾਂਦੇ ਹਾਂ, ਜੋਬ ਲੈਣ ਜਾਂਦੇ ਹਾਂ, ਕਹਿੰਦੇ ਤੁਹਾਡੀ ਉਮਰ ਨਹੀਂ ਹੈਗੀ। ਅਤੇ ਉਹਦੇ ਨਾਲ ਉਹਨਾਂ ਨੇ ਸੈਕਸੁਅਲੀ ਨਾ ਹਰਾਸਮੈਂਟ ਕੀਤਾ ਜਾਂਦਾ, ਉਹਨਾਂ ਨਾਲ ਮਤਲਬ ਬਲਾਤਕਾਰ ਉਹਨਾਂ ਦੇ ਕੀਤੇ ਜਾਂਦੇ ਆ, ਉਹਨਾਂ ਨੂੰ ਬਾਹਰ ਵੀ ਆਉਣ ਨਹੀਂ ਦਿੱਤਾ ਜਾਂਦਾ। ਇਹੋ ਜਿਹੇ ਕੇਸ ਹਰ ਜਗ੍ਹਾ 'ਤੇ ਨੇ, ਪਰ ਇਹ ਆਵਾਜ਼ ਕੋਈ ਨਹੀਂ ਚੁੱਕਦਾ, ਨਾ ਹੀ ਇਹ ਆਵਾਜ਼ ਬਣਦੀ ਹੈ। ਤੁਸੀਂ ਮਤਲਬ ਖੇਤ ਮਜ਼ਦੂਰ ਪਰਿਵਾਰ ਨਾਲ ਜੁੜੇ ਹੋਏ ਹੋ, ਤੁਸੀਂ ਆਪਣੇ ਛੋਟੇ ਹੁੰਦਿਆਂ ਜਾਂ ਉਮਰ ਦੇ ਕਿਸੇ ਵੀ ਪੜਾਅ 'ਤੇ ਆ ਕੇ ਉਸ ਤਰ੍ਹਾਂ ਖੇਤਾਂ ਦੇ ਵਿੱਚ ਉਹ ਕੰਮ ਕੀਤਾ? ਕੋਈ ਉਸ ਤਰ੍ਹਾਂ ਦਾ ਤਜਰਬਾ ਹੈ ਜਾਂ ਇਸ ਤਰ੍ਹਾਂ ਦੀ ਕੋਈ ਘਟਨਾ ਤੁਹਾਡੇ ਨਾਲ, ਤੁਹਾਡੇ ਪਰਿਵਾਰ ਨਾਲ ਹੋਈ ਹੋਵੇ? ਦੇਖੋ ਖੇਤਾਂ ਦੇ ਵਿੱਚ ਅਸੀਂ ਵੀ ਕੰਮ ਕੀਤਾ ਹੈ ਨਾ। ਝੋਨਾ ਲਾਉਣਾ ਹੈ ਨਾ, ਕਣਕ ਵੱਢਣੀ, ਘਾਹ ਮਾਰਨਾ, ਨਰਮੇ ਚੁਗਣੇ, ਇਹ ਅਸੀਂ ਹੁਣ ਤੱਕ ਕਰਦੇ ਰਹੇ ਹਾਂ। ਮੇਰੀ ਮੰਮੀ ਇੱਕ ਵਾਰ ਖੇਤ ਵਿੱਚ ਗਏ ਸੀਗੇ, ਮੈਂ ਸਕੂਲ ਟਾਈਮ ਸੀਗਾ ਉਦੋਂ, ਮੈਂ 7ਵੀਂ ਕਲਾਸ ਵਿੱਚ ਪੜ੍ਹਦੀ ਸੀ ਮੇਰੇ ਖਿਆਲ 'ਚ। ਮੇਰੀ ਮੰਮੀ ਮਤਲਬ ਪੱਠੇ ਲੈਣ ਗਏ ਸੀਗੇ ਅਤੇ ਉੱਥੇ ਕੀ ਆ ਇੱਕ ਜ਼ਮੀਂਦਾਰ ਸੀ, ਉਹ ਗਾਲਾਂ ਕੱਢ ਰਿਹਾ ਸੀ ਕਿ ਤੁਸੀਂ ਸਾਡੇ ਥੱਲੇ ਪੈਂਦੇ ਆ ਵੀ ਤੁਹਾਨੂੰ ਅਸੀਂ ਪੱਠੇ ਖੋਤਣ ਦਈਏ ਹੈ ਨਾ। ਜੇਕਰ ਵਿਰੋਧ ਕੀਤਾ ਹੈ ਤਾਂ ਉਹ ਅੱਗੋਂ ਕੁੱਟਦੇ ਨੇ, ਚੁੰਨੀਆਂ ਲਾ ਕੇ ਹੱਥ ਵਿੱਚ ਫੜ ਕੇ ਉਹ ਉਛਾਲਦੇ ਨੇ। ਅਤੇ ਉਦੋਂ ਮੇਰੀ ਮੰਮੀ ਨੇ ਵਿਰੋਧ ਕੀਤਾ, ਅੱਗੋਂ ਕੁੱਟਮਾਰ ਵੀ ਹੋਈ, ਫਿਰ ਉਹ ਮਸਲਾ ਵੀ ਕਾਫੀ ਉੱਠਿਆ ਸੀਗਾ। ਉਹ ਤੋਂ ਬਾਅਦ ਇਹ ਸਮਝਣ ਲੱਗਣ ਲੱਗੀ ਵੀ ਸਟਰਗਲ ਕਰਨਾ ਬਹੁਤ ਜ਼ਰੂਰੀ, ਸੰਘਰਸ਼ ਕਰਨਾ ਬਹੁਤ ਜ਼ਰੂਰੀ ਹੈ। ਇਹ ਆਮ ਗੱਲ ਆ, ਸਾਡੇ ਪਿੰਡ ਵਿੱਚ ਹੀ ਬਹੁਤ ਸਾਰੀਆਂ ਆਮ ਗੱਲਾਂ ਨੇ। ਔਰਤਾਂ ਨਾਲ ਛੇੜਖਾਨੀ ਕਰਨਾ, ਬਲਾਤਕਾਰ ਕਰਨਾ, ਉਸ ਤੋਂ ਬਾਅਦ ਉਹੋ ਜਿਹਾ ਹੀ ਹੋ ਜਾਂਦਾ ਬੰਦਾ ਕਿ ਜੇ ਇਹ ਤਾਂ ਸਾਡੀ ਜ਼ਿੰਦਗੀ ਹੀ ਹੈ, ਇਹ ਸਾਡੀ ਜ਼ਿੰਦਗੀ ਦਾ ਹਿੱਸਾ। ਇਹ ਗੱਲਾਂ ਬਾਅਦ ਸਾਹਮਣੇ ਨਹੀਂ ਆਉਂਦੀਆਂ। ਤੁਸੀਂ ਇਹ ਕਹਿ ਰਹੇ ਹੋ ਵੀ ਤੁਹਾਨੂੰ ਐਂ ਲੱਗਿਆ ਵੀ ਸਟਰਗਲ ਕਰਨਾ ਚਾਹੀਦਾ, ਸੰਘਰਸ਼ ਕਰਨਾ ਚਾਹੀਦਾ ਤੁਹਾਨੂੰ, ਕਿਉਂਕਿ ਜਿੱਦਾਂ ਦੇ ਮਾਹੌਲ 'ਚ ਤੁਸੀਂ ਰਹੇ, ਤੁਹਾਨੂੰ ਇਹ ਸੋਝੀ ਕਿੱਥੋਂ ਆਈ ਕਿ ਕਿਸੇ ਨੇ ਇਨਸਪਾਇਰ ਕੀਤਾ ਤੁਹਾਨੂੰ? ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਅਸੀਂ ਮਜ਼ਦੂਰ ਫੈਮਿਲੀ ਤੋਂ ਹੈ ਨਾ ਬਿਲੋਂਗ ਕਰਦੇ ਹਾਂ। ਉੱਥੇ ਸਾਨੂੰ ਫੀਸਾਂ ਤੋਂ ਲੈ ਕੇ, ਕੱਪੜਿਆਂ ਤੋਂ ਲੈ ਕੇ, ਜੋ ਵੀ ਚੀਜ਼ ਅਸੀਂ ਲਈ ਅਸੀਂ ਖੁਦ ਕੰਮ ਵੀ ਸਾਨੂੰ ਕਰਨਾ ਪਿਆ।
ਇੱਕ ਅਮੀਰ ਕਲਾਸ ਦਾ ਬੱਚਾ, ਉਹਨੂੰ ਪਤਾ ਹੀ ਨਹੀਂ ਕਿ ਵੀ ਮੇਰੀ ਫੀਸ ਕੌਣ ਭਰ ਰਿਹਾ ਹੈ ਨਾ, ਮੇਰੇ ਕੱਪੜੇ ਕਿੱਥੋਂ ਆ ਰਹੇ ਆ। ਸਾਨੂੰ ਪਤਾ ਸਾਡੇ ਕੋਲ ਕਿੱਥੋਂ ਕੱਪੜੇ ਆ ਰਹੇ। ਸਾਨੂੰ ਜੇਕਰ ਅਸੀਂ ਕਾਮਨਾ ਕੀਤੀ, ਸਾਡੇ ਮਾਪਿਆਂ ਨੇ ਕਾਮਨਾ ਕੀਤੀ, ਸਾਨੂੰ ਕੁਛ ਨਹੀਂ ਮਿਲਣਾ ਹੈਗਾ। ਉਹ ਸਟਰਗਲ ਸਾਨੂੰ ਕਰਨੀ ਪੈਣੀ ਹੈ। ਇੱਕ ਸਭ ਤੋਂ ਵੱਡੀ ਗੱਲ, ਸਾਡੀ ਮਦਰ ਜਿਹੜੀ ਲਗਾਤਾਰ ਸਟਰਗਲ ਕਰਦੇ ਰਹੇ ਹੈ, ਜਿਨ੍ਹਾਂ ਨੇ ਮਤਲਬ ਸਾਡਾ ਖੇਤਾਂ ਦੇ ਵਿੱਚੋਂ ਬਾਈਕਾਟ ਕੀਤਾ ਗਿਆ, ਸਾਡਾ ਖੇਤਾਂ ਵਿੱਚ ਵੜ ਨਹੀਂ ਦਿੱਤਾ ਗਿਆ। ਖੇਤ ਮਜ਼ਦੂਰ ਜਿਹੜਾ ਕਿ ਫੈਕਟਰੀਆਂ ਫੁਕਟਰੀਆਂ ਹੋਰ ਕੁਛ ਨਹੀਂ ਹੈਗਾ, ਖੇਤ ਮਜ਼ਦੂਰ ਸਿਰਫ ਖੇਤਾਂ ਵਿੱਚ ਕੰਮ ਕਰਕੇ ਜਿੰਦਾ ਰਹਿ ਸਕਦਾ। ਤੁਸੀਂ ਤੁਹਾਡਾ ਪਰਿਵਾਰ ਪਿੰਡ ਛੱਡ ਕੇ ਬਾਹਰ ਕਿਤੇ ਹੋਰ ਵੀ ਰਹਿੰਦਾ ਰਿਹਾ, ਕਿਸੇ ਹੋਰ ਸਟੇਟ ਦੇ ਵਿੱਚ? ਬਿਲਕੁਲ, ਜਦੋਂ ਅਸੀਂ ਖੇਤਾਂ ਵਿੱਚ ਕੰਮ ਕਰ ਰਹੇ ਹਾਂ, ਸਾਡਾ ਅਸੀਂ ਉਸ ਮਜ਼ਦੂਰ ਕੁੜੀ ਦੇ ਨਾਲ ਖੜੇ ਹੁੰਨੇ ਆ। ਉਹ ਜਦੋਂ ਉਸਦਾ ਰੇਪ ਕੀਤਾ ਜਾਂਦਾ, ਲਗਾਤਾਰ ਸਟਰਗਲ ਕਰਨ ਤੋਂ ਬਾਅਦ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾਂਦਾ, ਜਾਂ ਫਿਰ ਮਜ਼ਦੂਰ ਆਪਣੀ ਆਵਾਜ਼ ਚੁੱਕਦੇ ਆ ਤਾਂ ਉਸ ਤੋਂ ਬਾਅਦ ਬਾਈਕਾਟ ਕਰ ਦਿੱਤਾ ਜਾਂਦਾ। ਸਾਨੂੰ ਮਜਬੂਰ ਕਰ ਦਿੱਤਾ ਜਾਂਦਾ ਕਿ ਤੁਸੀਂ ਇਸ ਪਿੰਡ ਵਿੱਚ ਰਹਿ ਹੀ ਨਹੀਂ ਸਕਦੇ। ਫਿਰ ਮੇਰੇ ਪਾਪਾ ਜਿਹੜੇ ਡਰਾਈਵਰੀ ਕਰਦੇ ਸੀ, ਫਿਰ ਉਹਨਾਂ ਨੇ ਆਪਣੀ ਦੁਕਾਨ ਕੀਤੀ ਉੱਥੇ ਕਿਰਾਏ 'ਤੇ ਲੈ ਕੇ ਮਸ਼ੀਨਾਂ ਦੀ ਰਿਪੇਅਰ ਕਰਨ ਦੀ। ਪੂਰੀ ਫੈਮਿਲੀ ਫਿਰ ਉੱਧਰ ਚਲੇ ਗਏ ਸਾਂ ਅਸੀਂ। ਕਿਹੜੇ ਸੂਬੇ 'ਚ? ਆਂਧਰਾ ਪ੍ਰਦੇਸ਼ ਵਿੱਚ ਚਲੇ ਗਏ, ਹੁਣ ਕਿ ਤੇਲੰਗਾਨਾ ਜਿਹੜਾ ਹੁਣ ਬਣ ਗਿਆ। ਉੱਥੇ ਕੀ ਹੈ ਕਿ ਮੇਰੀ ਪੜ੍ਹਾਈ ਛੁੱਟੀ, ਜਿਹਦੀ ਵਜ੍ਹਾ ਕਰਕੇ ਹੁਣ ਮੈਂ ਪੜ੍ਹਾਈ ਨਹੀਂ ਕਰ ਪਾ ਰਹੀ। ਮੇਰੀ ਵੱਡੀ ਸਿਸਟਰ ਉਹ ਹੋਸਟਲ ਵਿੱਚ ਰਹਿ ਰਹੇ ਸੀਗੇ, ਉਹ ਅੱਜ PhD ਕਰ ਰਹੇ ਨੇ, ਪਰ ਮੇਰੀ ਅੱਜ +2 ਹੀ ਆ। ਉਹ ਵੀ ਮੈਂ 10ਵੀਂ ਵੀ ਓਪਨ 'ਚ ਕੀਤੀ, +2 ਵੀ ਓਪਨ 'ਚ ਕੀਤੀ। ਮੇਰੀ ਪੜ੍ਹਾਈ ਵੀ ਛੁੱਟੀ, ਮੇਰੇ ਭੈਣ ਭਰਾਵਾਂ ਦਾ ਨੁਕਸਾਨ ਵੀ ਹੋਇਆ, ਸਾਡਾ ਨੁਕਸਾਨ ਵੀ ਹੋਇਆ। ਸਾਨੂੰ ਬਹੁਤ ਕੁਝ ਝੱਲਣਾ ਪਿਆ। ਪਰ ਇਹੀ ਹੈ ਕਿ ਜੋ ਵੀ ਲੋਕਾਂ ਦੀ ਆਵਾਜ਼ ਬਣ, ਆਪਣੀ ਆਵਾਜ਼ ਬਣਦਾ, ਉਹਦਾ ਹਰ ਜਗ੍ਹਾ 'ਤੇ ਬਾਈਕਾਟ ਕੀਤਾ ਜਾਂਦਾ, ਸਮਾਜਿਕ ਬਾਈਕਾਟ ਵੀ ਕੀਤਾ ਜਾਂਦਾ। ਸੋ ਨੌਦੀਪ ਕੌਰ ਦੇ ਨਾਲ ਗੱਲਬਾਤ ਕਰ ਰਹੇ ਸੀ, ਜਿਸ ਦੇ ਕੋਲ ਤਜਰਬੇ ਨੇ ਜ਼ਿੰਦਗੀ ਦੇ, ਜਿਸ ਪਰਿਵਾਰ ਦੇ ਵਿੱਚੋਂ ਨੌਦੀਪ ਆਈ ਆ, ਜਿਸ ਤਰ੍ਹਾਂ ਰਿਹਾ ਇੱਕ ਇਹਨਾਂ ਦੇ ਪਰਿਵਾਰ ਦਾ ਇੱਕ ਸੰਘਰਸ਼ੀਲ ਪਰਿਵਾਰ ਹੈ, ਜਿਨ੍ਹਾਂ ਨੂੰ ਕਾਫੀ ਕੁਝ ਸਹਿਣਾ ਵੀ ਪਿਆ ਇਸ ਰਾਹ 'ਤੇ ਆਉਂਦਿਆਂ, ਕਿਉਂਕਿ ਜਦੋਂ ਕੁਝ ਵੱਖਰਾ ਕਰਦੇ ਆ ਦੁਨੀਆ ਤੋਂ ਤਾਂ ਬਹੁਤ ਕੁਝ ਸਾਨੂੰ ਪੇ ਵੀ ਕਰਨਾ ਪੈਂਦਾ। ਉਹਦੇ ਬਦਲੇ ਦੇ ਵਿੱਚ ਨੌਦੀਪ ਤੇ ਇਸ ਦਾ ਪਰਿਵਾਰ ਉਹਦੀ ਸਭ ਕਾਸੇ ਦੀ ਕਹਾਣੀ ਹੈ। ਤੇ ਦਿੱਲੀ ਦੇ ਸੰਘਰਸ਼ ਦੇ ਵਿੱਚ ਇਸ ਕੁੜੀ ਨੇ ਆਪਣੀ ਗ੍ਰਿਫਤਾਰੀ ਵੀ ਦਿੱਤੀ ਸੀ। ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਦਾ ਧਿਆਨ ਵੀ ਆਇਆ ਸੀ ਨੌਦੀਪ ਦੇ ਵੱਲ, ਤੇ ਲਗਾਤਾਰ ਮੰਗ ਉੱਠੀ ਸੀ ਇਸ ਦੀ ਰਿਹਾਈ ਦੇ ਲਈ। ਉਸ ਤੋਂ ਬਾਅਦ ਇਸ ਦੀ ਰਿਹਾਈ ਹੋਈ ਸੀ ਤੇ ਹੁਣ ਲਗਾਤਾਰ ਉਸ ਦਾ ਕੇਸ ਜਿਹੜਾ ਹੈਗਾ ਅਦਾਲਤ ਦੇ ਵਿੱਚ ਚੱਲ ਰਿਹਾ। ਸੋ ਨੌਦੀਪ ਕੌਰ ਦੇ ਨਾਲ ਪ੍ਰੋ ਪੰਜਾਬ TV ਤੇ ਗੱਲਬਾਤ ਕਰ ਰਹੇ ਸੀ।